सेंटर सरकार ਵੱਲੋਂ ਜਿਹੜੇ 3 ਬਿੱਲ ਪਾਸ ਕੀਤੇ ਗਏ ਉਹਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਕੁਰਬਾਨੀ ਦੇਣ ਦੀਆਂ ਗੱਲਾਂ ਕੀਤੀਆਂ ਸੀ ਉਹਦੇ ਜਿਹੜੇ ਬੋਲ ਉਹ ਪਗਾ ਦਿੱਤੇ ਆ। ਕੁਰਬਾਨੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ। ਹੁਣ ਵਿਰੋਧੀ ਧਿਰ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਉਹ ਕਹਿ ਰਹੇ ਕਿ ਨਹੀਂ ਦੇਰੀ ਨਾਲ ਕੀਤਾ ਫੈਸਲਾ ਗਲਤ ਕੀਤਾ ਹੈਗਾ। ਹੁਣ ਕਹਿ ਰਹੇ ਨੇ ਕਿ ਸਵਾਲ ਹੈ ਕਿ ਗੱਠਜੋੜ ਵੀ ਤੋੜਿਆ ਜਾਵੇ। ਇਸ ਮਸਲੇ 'ਤੇ ਅਸੀਂ ਗੱਲਬਾਤ ਕਰਾਂਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ ਹੋਣਾ। ਚੰਦੂਮਾਜਰਾ ਸਾਹਿਬ ਵਿਰੋਧੀ ਧਿਰ ਤੁਹਾਡੇ ਕਹਿ ਰਹੇ ਨੇ ਇੱਕ ਤੇ ਕਿਸਾਨਾਂ ਨੇ ਤੁਹਾਡੀਆਂ ਅੱਖਾਂ ਖੋਲ੍ਹਤੀਆਂ ਜਿਹੜੇ ਤੁਸੀਂ ਪਹਿਲਾਂ ਲਗਾਤਾਰ ਵਕਾਲਤ ਕਰਦੇ ਆ ਰਹੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਨਰਿੰਦਰ ਤੋਮਰ ਦੀਆਂ ਚਿੱਠੀਆਂ ਪੜ੍ਹ ਕੇ ਸੁਣਾਈਆਂ ਆਰਡੀਨੈਂਸ ਦੇ ਡਰਾਫਟ ਪੜ੍ਹ ਕੇ ਸੁਣਾਏ ਹੈਗੇ। ਕਿਸਾਨਾਂ ਨੇ ਅੱਖਾਂ ਖੋਲ੍ਹਤੀਆਂ ਤੁਹਾਨੂੰ ਪਤਾ ਕਿ ਤੁਹਾਡੀ ਜ਼ਮੀਨ ਖਿਸਕ ਗਈ ਆ। ਇਹ ਵੀ ਫੈਸਲਾ ਦੇਰੀ ਦੇ ਨਾਲ ਲਿਆ ਹੈਗਾ। ਸਵਾਲ ਇਹ ਹੀ ਸਵਾਲ ਇਸ ਗੱਲ ਦਾ ਸੀ ਕਿ ਗੱਠਜੋੜ ਵੀ ਤੋੜ ਦਿੰਦੇ ਫਿਰ ਲੋਕੀ ਕਹਿੰਦੇ ਹਾਂ ਅਕਾਲੀ ਦਲ ਪੰਜਾਬ ਦੇ ਹਿੱਤਾਂ 'ਚ ਰਾਖੀ ਕਰਨ 'ਚ ਪੂਰਾ ਉਤਰਿਆ। ਦੇਖੋ ਵਿਰੋਧੀ ਕੀ ਕਹਿੰਦੇ ਉਹ ਜੇ ਬਾਜ਼ਾਰ ਤੋਂ ਅਸਤੀਫਾ ਦੇਣ ਨੂੰ ਡਰਾਮਾ ਕਹਿ ਸਕਦੇ ਆ ਫਿਰ ਗੱਠਜੋੜ ਤੋੜਨ ਨੂੰ ਵੀ ਉਹ ਤਾਂ ਡਰਾਮਾ ਕਹਿ ਸਕਦੇ ਨੇ। ਸਹੀ ਗੱਲ ਤਾਂ ਇਹ ਆ ਵੈਸੇ ਸੱਚੀ ਗੱਲ ਤਾਂ ਇਹ ਆ ਵੀ ਜੇ ਸਟੇਟਸਮੈਨਸ਼ਿਪ ਹੋਵੇ ਜੇ ਅਸਲੀਅਤ ਹੋਵੇ ਤਾਂ ਇਸ ਗੱਲ ਦਾ ਸਵਾਗਤ ਕਰਨਾ ਚਾਹੀਦਾ ਸੀ ਕਿਉਂਕਿ ਜਿਹੜਾ ਵਜ਼ਾਰਤ ਤੋਂ ਅਸਤੀਫਾ ਦੇਣਾ ਵਜ਼ਾਰਤ ਤੋਂ ਬਾਹਰ ਹੋਣਾ ਕਿਸਾਨਾਂ ਦੇ ਇਸ ਮੁੱਦੇ 'ਤੇ ਇਹ ਕਿਸਾਨਾਂ ਦੀ ਜਿਹੜੀ ਲਹਿਰ ਆ ਜਾਂ ਪੰਜਾਬੀਆਂ ਦੀ ਲਹਿਰ ਆ ਜਾਂ ਪੰਜਾਬੀਆਂ ਦਾ ਇੱਕ ਸੰਘਰਸ਼ ਆ ਉਹਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਉਹਨੂੰ ਬਹੁਤ ਵੱਡੀ ਸ਼ਕਤੀ ਦਿੱਤੀ ਆ। ਬਲਕਿ ਇਸ ਗੱਲ ਦਾ ਜਵਾਬ ਪੰਜਾਬ ਮੰਗਦਾ ਇਸ ਗੱਲ ਦਾ ਜਵਾਬ ਅਕਾਲੀ ਦਲ ਵੀ ਮੰਗਦਾ। ਅਸੀਂ ਜਵਾਬ ਮੰਗਦੇ ਆ ਕਿ ਇਹ ਸਾਰਾ ਮਸਲਾ ਹੱਲ ਕਰਨ ਲਈ ਸਭ ਤੋਂ ਵੱਡੀ ਤਰਾਸਦੀ ਸਾਡੀ ਇਹ ਹੈ ਵੀ ਪੰਜਾਬ ਇੱਕ ਆਵਾਜ਼ ਨਾ ਬਣਾ ਸਕਿਆ। ਪੰਜਾਬ ਸਮੁੱਚੇ ਨੂੰ ਕੈਪਟਨ ਅਮਰਿੰਦਰ ਸਿੰਘ ਇੱਕ ਸੋਚ ਤੇ ਇੱਕ ਮੰਚ ਤੇ ਲਿਜਾ ਕੇ ਕੇਂਦਰ ਸਾਹਮਣੇ ਪ੍ਰਗਟ ਨਹੀਂ ਕਰ ਸਕਿਆ। ਇਸ ਕਰਕੇ ਇਸ ਹੱਦ ਤੱਕ ਗੱਲ ਪਹੁੰਚੀ ਔਰ ਵੱਡਾ ਮੌਕਾ ਗਵਾਇਆ ਸੰਸਦ ਅੰਦਰ ਇਹ ਸਵਾਲ ਹੈ ਕਿ ਅਕਾਲੀ ਦਲ ਨੂੰ ਜੂਨ ਮਹੀਨੇ ਤੋਂ ਲੈ ਕੇ ਤੇ ਜਦੋਂ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਕੀਤੇ ਇਹ ਲਗਭਗ 4 ਮਹੀਨੇ ਸਮਝਣ 'ਚ ਕਿਉਂ ਦੇਰੀ ਲੱਗ ਗਈ ਜੀ। ਤੁਸੀਂ ਵੀ ਸੁਖਬੀਰ ਸਿੰਘ ਬਾਦਲ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਰਹੇ ਨੇ ਹਰਸਿਮਰਤ ਕੌਰ ਬਾਦਲ ਵੀ ਕਰਦੇ ਰਹੇ ਤੁਸੀਂ ਇੱਕ ਇੱਕ ਚੀਜ਼ ਪੜ੍ਹ ਕੇ ਸੁਣਾਉਂਦੇ ਰਹੇ ਹੈਗੇ ਜਾਂ ਪਹਿਲਾਂ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਝੂਠ ਬੋਲਣ ਤੇ ਮਜਬੂਰ ਕੀਤੇ ਜਾਂ ਲੋਕਾਂ ਨੂੰ ਗੁੰਮਰਾਹ ਕਰਦੇ ਜਾਂ ਇਸ ਕਰਕੇ ਵਿਰੋਧੀ ਕਹਿ ਰਹੇ ਕਿ ਨਹੀਂ ਅਕਾਲੀ ਦਲ ਦਾ ਡਰਾਮਾ। ਇਹ ਨਹੀਂ ਤੁਸੀਂ ਭੁੱਲਰ ਸਾਹਿਬ ਕਹਿ ਸਕਦੇ ਕਿਉਂਕਿ ਆਲ ਪਾਰਟੀ ਮੀਟਿੰਗ ਵਿੱਚ ਜਿਹੜੀਆਂ ਅਸੀਂ ਦਲੀਲਾਂ ਦਿੱਤੀਆਂ ਔਰ ਬੜਾ ਸਪਸ਼ਟ ਕਿਹਾ ਕਿ ਜਿਹੜੇ ਸ਼ੰਕੇ ਨੇ ਜਿਹੜੇ ਵਿਵਾਦ ਨੇ ਕਾਨੂੰਨੀ ਮਾਹਰਾਂ ਦੀ ਰਾਏ ਲੈ ਕੇ ਇੱਕ ਰਾਏ ਬਣਾ ਕੇ ਕੇਂਦਰ ਦੇ ਕੋਲ ਅਗਵਾਈ ਕਰਕੇ ਚੱਲੋ ਅਸੀਂ ਤੁਹਾਡੇ ਨਾਲ ਜਾਵਾਂਗੇ। ਵਕਾਲਤ ਕਿਉਂ ਕਰਦੇ ਰਹੇ ਸਾਹਿਬ ਨੂੰ ਚਿੱਠੀ ਮੈਂ ਲਿਖੀ ਨਹੀਂ ਫਿਰ ਬੀਜੇਪੀ ਵਿਵਾਦ ਨੇ ਇਹਨਾਂ ਨੂੰ ਦੂਰ ਕਰਕੇ ਤੁਸੀਂ ਅਗਵਾਈ ਕਰੋ ਬਤੌਰ ਮੁੱਖ ਮੰਤਰੀ ਤੁਸੀਂ ਚੱਲੋ ਅਸੀਂ ਨਾਲ ਚੱਲਦੇ ਹਾਂ। ਫਿਰ ਬਲਕਿ ਅਸੀਂ ਇਹ ਵੀ ਕਿਹਾ ਵੀ ਜੇ ਤੁਸੀਂ ਨਾ ਗਏ ਅਸੀਂ ਅਕਾਲੀ ਦਲ ਰੋਲ ਨਿਭਾਏਗਾ। ਅਕਾਲੀ ਦਲ ਨੇ ਰੋਲ ਨਿਭਾਇਆ। ਅਕਾਲੀ ਦਲ ਨੂੰ ਜੇ ਅਕਾਲੀ ਦਲ 100% ਸਹਿਮਤ ਹੁੰਦਾ ਤਾਂ ਅਕਾਲੀ ਦਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਰਾਏ ਕਿਉਂ ਲੈਂਦਾ ਤਾਂ ਅਕਾਲੀ ਦਲ ਗਵਾਂਢੀ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਤੇ ਹਮਖਿਆਲ ਪਾਰਟੀਆਂ ਦੇ ਕੋਲ ਆਪ ਚੱਲ ਕੇ ਕਿਉਂ ਜਾਂਦਾ। 4 ਮਹੀਨੇ ਵਕਾਲਤ ਕਿਉਂ ਕਰਦੇ ਰਹੇਗੇ ਜੀ। ਵਕਾਲਤ ਦੀ ਅਸੀਂ ਕੀਤੀ ਅਸੀਂ ਨਾਲ ਜਦੋਂ ਗੱਲ ਕਰਦੇ ਸੀ ਨਾਲ ਇਹ ਵੀ ਕਹਿੰਦੇ ਸੀ ਵੀ ਇਹ ਸ਼ੰਕੇ ਇਹ ਵਿਵਾਦ ਇਹ ਸਵਾਲ ਜਿਹੜੇ ਆਏ ਨੇ ਇਹਨਾਂ ਨੂੰ ਮਿਟਾਉਣ ਲਈ ਇੱਕ ਰਾਏ ਤਿਆਰ ਕਰਕੇ ਕੇਂਦਰ ਕੋਲ ਜਾਇਆ ਜਾਵੇ। ਪਹਿਲਾਂ ਤਾਂ ਇਹ ਸੀ ਫਿਰ ਤੁਹਾਡੀ ਪੁੱਛ ਪੜਤਾਲ ਨਹੀਂ ਹੈਗੀ ਸੀ ਸੈਂਟਰ 'ਚ। ਅਸੀਂ ਕੇਂਦਰ ਕੋਲ ਆਪਣੀ ਗੱਲ ਰੱਖੀ। ਦੇਖੋ ਜਿਹੜਾ ਗਠਬੰਧਨ ਦੀ ਸ਼ਿਸ਼ਟਾਚਾਰ ਆ ਗਠਬੰਧਨ ਦਾ ਧਰਮ ਆ ਕਿ ਜਦੋਂ ਤੁਸੀਂ ਉਸ ਸੱਤਾ ਵਿੱਚ ਹੋ ਤਾਂ ਉਸ ਤਰੀਕੇ ਨਾਲ ਗੱਲ ਕਰੋ ਕਿਉਂਕਿ ਅਸੀਂ ਉਸ ਤਰੀਕੇ ਨਾਲ ਗੱਲ ਕੀਤੀ। ਅਸੀਂ ਸਾਰੇ ਕਿਸਾਨਾਂ ਦੀ ਸਾਰੇ ਗਵਾਂਢੀ ਸੂਬਿਆਂ ਦੀ ਜਿਹੜੀ ਭਾਵਨਾ ਹੈ ਬੰਦ ਕਮਰੇ ਦੇ ਵਿੱਚ 1 ਘੰਟਾ ਮਾਨਯੋਗ ਪ੍ਰਧਾਨ ਸਾਹਿਬ ਸਾਡੇ JP ਨੱਡਾ ਜੀ BJP ਦੇ ਤੇ ਤੋਮਰ ਸਾਹਿਬ ਕ੍ਰਿਸ਼ੀ ਮੰਤਰੀ ਜੀ ਨਾਲ 1 ਘੰਟਾ ਪੂਰੀ ਵਕਾਲਤ ਕਰਕੇ ਆਪਣੀ ਭਾਵਨਾ ਤੋਂ ਪੰਜਾਬੀਆਂ ਦੀ ਭਾਵਨਾ ਤੋਂ ਗਵਾਂਢੀ ਸੂਬਿਆਂ ਦੇ ਕਿਸਾਨਾਂ ਦੀ ਭਾਵਨਾ ਤੋਂ ਜਾਣੂ ਕਰਾਇਆ। ਔਰ ਅਸੀਂ ਇਹ ਕਹਿ ਕੇ ਵੀ ਆਏ ਵੀ ਜੇ ਤੁਸੀਂ ਇਹ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਲਿਜਾ ਕੇ ਔਰ ਜਿਹੜੇ ਸੰਬੰਧਿਤ ਲੋਕ ਨੇ ਕਿਸਾਨ ਨੇ ਉਹਨਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਇਹਨੂੰ ਐਕਟ ਬਣਾਇਆ ਤਾਂ ਅਸੀਂ ਕਿਸੇ ਕੀਮਤ 'ਤੇ ਉਸ ਬਿੱਲ ਦੇ ਹੱਕ 'ਚ ਵੋਟ ਨਹੀਂ ਪਾਵਾਂਗੇ। ਅਸੀਂ ਉਸ ਬਾਜ਼ਾਰ 'ਚ ਵੀ ਨਹੀਂ ਰਹਿ ਸਕਾਂਗੇ। ਫਿਰ ਮੰਨੀ ਤਾਂ ਫਿਰ ਵੀ ਨਹੀਂ ਤੁਹਾਡੀ ਜੀ। ਇਹ ਵੱਖਰੀ ਗੱਲ ਆ ਉਹਨਾਂ ਨੇ ਨਹੀਂ ਮੰਨੀ। ਇਹ ਤਾਂ ਦੇਖੋ ਇਸ ਗੱਲ ਦਾ ਸਾਨੂੰ ਦੁੱਖ ਵੀ ਆ ਇਸ ਗੱਲ ਦਾ ਅਫਸੋਸ ਵੀ ਆ। ਇਹ ਮਤਲਬ ਕਿਉਂਕਿ ਪਹਿਲਾਂ ਸਾਡੀ ਹਰ ਗੱਲ ਉਹ ਮੰਨਦੇ ਰਹੇ। ਤੁਸੀਂ ਕਹੋਗੇ ਨਾ ਬਾਰ-ਬਾਰ ਕਿਉਂ ਜਾਂਦੇ ਸੀ
ਕਿਉਂਕਿ ਪਹਿਲਾਂ ਜੋ ਵੀ ਗੱਲ ਅਸੀਂ ਲੈ ਕੇ ਗਏ ਤਕਰੀਬਨ ਉਹ ਮੰਨਦੇ ਰਹੇ। ਭਾਵੇਂ ਕਿਹੜੀ ਮੰਨੀ ਹੈਗੀ ਜੀ? ਦੇਖੋ ਜਦੋਂ ਅਸੀਂ ਜਦੋਂ ਸੱਜਣ ਕੁਮਾਰ ਵਰਗਿਆਂ ਨੂੰ ਹੱਥਕੜੀਆਂ ਲਵਾਈਆਂ, ਕੇਸ ਬੰਦ ਪਏ ਸੀ, ਸਿੱਟ ਦੁਬਾਰਾ ਬਣਾਈ, ਸਿੱਟ ਦੇ ਬੰਦ ਕੇ ਕੇਸ ਦੁਬਾਰਾ ਖਲਵਾਏ, ਤੇ ਜੇ ਅੱਜ ਹੱਥਕੜੀਆਂ ਲਾ ਕੇ ਜੇਲ੍ਹ ਦੇ ਵਿੱਚ ਅੰਦਰ ਸੱਜਣ ਕੁਮਾਰ ਉਹ ਨਹੀਂ ਗਏ, ਸਾਡੀ ਗੱਲ ਮੰਨੀ ਤਾਂ ਹੀ ਗਏ। ਤੇ ਅੰਤਰਰਾਸ਼ਟਰੀ ਹਵਾਈ ਅੱਡਾ ਆਪਣਾ ਇੱਥੇ ਕਦੇ ਸੋਚ ਸਕਦੇ ਤੁਸੀਂ ਬਣ ਸਕਦਾ, ਅਸੀਂ ਉਹ ਬਣਾਇਆ। ਕੇਸਗੜ੍ਹ ਸਾਹਿਬ ਨੂੰ ਸ੍ਰੀ ਉਸ ਅੱਡੇ ਉਸ 에ਅਰਪੋਰਟ ਦਾ ਨਾਮ ਤੇ ਉਸ 에ਅਰਪੋਰਟ ਦਾ ਨਾਮ ਤੇ ਸੈਂਟਰ ਨੇ ਅਜੇ ਤੱਕ ਭਗਤ ਸਿੰਘ ਮਨਜ਼ੂਰ ਨਹੀਂ ਕੀਤਾ ਗਾ। ਨਾ ਤਾਂ ਚਲੋ ਕਈ ਗੱਲਾਂ ਦੇਖੋ 100% ਨਹੀਂ ਪੂਰੀਆਂ ਹੁੰਦੀਆਂ, ਨਾਲ ਹੀ ਗੱਲ ਤੇ ਵੀ ਅਸੀਂ ਜ਼ੋਰ ਦਿੰਦੇ ਰਹੇ, ਕਿਸ ਚੀਜ਼ ਦਾ ਫਰਕ ਪੈ ਗਿਆ ਹੈਗਾ ਜੀ? ਪਰ ਅੱਡਾ ਤਾਂ ਬਣਿਆ ਨਾ। ਪਰ ਹੁਣ ਕਿਸ ਚੀਜ਼ ਦਾ ਫਰਕ ਪੈ ਗਿਆ? ਦੇਖੋ ਇਹ ਤਾਂ ਹੁਣ ਉਹੀ ਦੱਸ ਸਕਦੇ ਨੇ, ਪਰ ਸਾਡੇ ਵੱਲੋਂ ਤਾਂ ਕੋਈ ਕਸਰ ਨਹੀਂ ਛੱਡੀ ਗਈ। ਅਸੀਂ ਜਿਹੜਾ ਤਰੀਕਾ ਹੁੰਦਾ, ਇੱਕ ਗਠਬੰਧਨ ਦਾ ਧਰਮ ਹੁੰਦਾ, ਗਠਬੰਧਨ ਦਾ ਸ਼ਿਸ਼ਟਾਚਾਰ ਹੁੰਦਾ, ਅਸੀਂ ਉਸ ਵਿੱਚੋਂ ਹੀ ਲੰਘ ਕੇ ਗਏ ਆ। ਪਰ ਜਦੋਂ ਉਹ ਗੱਲ ਨਾ ਸਿਰੇ ਚੜੀ, ਫਿਰ ਅਸੀਂ ਜੋ ਪੰਜਾਬੀਆਂ ਨੂੰ ਹਾਂ ਕੀਤੀ ਸੀ, ਜੋ ਵਾਅਦਾ ਕੀਤਾ ਸੀ ਕਿ ਜਦੋਂ ਕੋਈ ਹਾਂ ਨਾ ਦਾ ਸਵਾਲ ਹੋਇਆ, ਜਦੋਂ ਲਾਈਨਾਂ ਖਿੱਚੀਆਂ ਗਈਆਂ, ਉਦੋਂ ਅਸੀਂ ਪੰਜਾਬ ਦੇ ਨਾਲ ਖੜਾਂਗੇ, ਉਦੋਂ ਅਸੀਂ ਕਿਸਾਨ ਦੇ ਨਾਲ ਖੜਾਂਗੇ, ਉਦੋਂ ਅਸੀਂ ਕੋਈ ਕਿਸੇ ਸਾਫ਼ ਹੋ ਗਿਆ ਕਿ ਬੀਜੇਪੀ ਨੂੰ ਅਕਾਲੀਆਂ ਦੀ ਕੋਈ ਪਰਵਾਹ ਨਹੀਂ। ਜਿਸ ਅਕਾਲੀ ਦਲ ਨੇ ਬਿਨਾਂ ਸ਼ਰਤ ਬਿਨਾਂ ਕਿਸੇ ਮੰਗ ਰੱਖੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸਮਰਥਨ ਦਿੱਤਾ ਸੀ, ਉਹ ਅਕਾਲੀ ਦਲ ਦੀ ਹੁਣ ਬੀਜੇਪੀ ਦੇ ਗਲਿਆਰਿਆਂ ਦੇ ਵਿੱਚ ਸਭ ਕੁਝ ਦਾ ਪਏ ਜੀ, ਉਹ ਸਭ ਕੁਝ ਖਤਮ ਹੋ ਗਿਆ, ਰਿਸ਼ਤੇ ਖਤਮ ਹੋ ਗਏ। ਦੇਖੋ ਚੰਗੀ ਗੱਲ ਆ ਵੀ ਭਾਰਤੀ ਜਨਤਾ ਪਾਰਟੀ ਸਾਡੀ ਇਹ ਗੱਲ ਮੰਨ ਲੈਂਦੀ ਤੇ ਤਾਂ ਰਾਸ਼ਟਰ ਦਾ ਵੀ ਫਾਇਦਾ ਸੀ, ਪੰਜਾਬ ਦਾ ਵੀ ਫਾਇਦਾ ਸੀ, ਕਿਉਂਕਿ ਪੰਜਾਬ ਦੇਸ਼ ਦੀ ਖੜਕ ਭੁਜਾ ਹੈ। ਪੰਜਾਬ ਨੇ ਦੇਸ਼ ਨੂੰ ਅੰਨ ਦੇ ਵਿੱਚ ਆਤਮ ਨਿਰਭਰ ਬਣਾਇਆ। ਪੰਜਾਬ ਨੇ ਦੇਸ਼ ਦੀ ਭੁੱਖਮਰੀ ਦੂਰ ਕਰਨ ਲਈ ਆਪਣੀ ਧਰਤੀ ਦੀ ਸ਼ਕਤੀ ਖਤਮ ਕੀਤੀ, ਆਪਣਾ ਪਾਣੀ ਖਤਮ ਕਰਾਇਆ, ਤੇ ਪੰਜਾਬ ਦਾ ਇਸ ਦੇਸ਼ ਦੇ ਵਿੱਚ ਲਈ ਬਹੁਤ ਵੱਡਾ ਅਹਿਸਾਨ ਆ। ਤੇ ਮੈਂ ਸਮਝਦਾ ਸਾਡੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਸੀ। ਪੰਜਾਬੀਆਂ ਦੇ ਜਿਹੜੇ ਕੰਟਰੀਬਿਊਸ਼ਨ ਆ ਉਹਦਾ ਧਿਆਨ ਰੱਖ ਕੇ ਹੀ ਮੈਂ ਸਮਝਦਾ ਅੱਗੇ ਚੱਲਣਾ ਚਾਹੀਦਾ ਸੀ। ਬੀਜੇਪੀ ਨੇ ਧਰਮ ਨਹੀਂ ਨਿਭਾਇਆਗਾ, ਗਠਬੰਧਨ ਵਾਲਾ ਜਿਹੜਾ ਧਰਮੀ ਗੱਠਜੋੜ ਆ ਉਹ ਨਹੀਂ ਨਿਭਾਇਆਗਾ। ਦੇਖੋ ਸੱਚੀ ਗੱਲ ਇਹ ਆ ਵੀ ਜੇ ਸਹੀ ਮਾਇਨੇ ਵਿੱਚ ਅਸੀਂ ਜਿਹੜੀ ਰਾਏ ਦਿੱਤੀ ਸੀ ਉਹ ਪੂਰੀ ਇਮਾਨਦਾਰੀ ਨਾਲ ਦਿੱਤੀ ਸੀ, ਔਰ ਸਾਡੀ ਜਿਹੜੀ ਰਾਏ ਆ ਉਹਦੀ ਕਦਰ ਹੋਣੀ ਚਾਹੀਦੀ ਸੀ। ਸਾਨੂੰ ਇਸ ਗੱਲ ਦਾ ਵਿਸ਼ਵਾਸ ਸੀ, ਕਿਉਂਕਿ ਪਹਿਲਾਂ ਕਦੇ ਸਾਨੂੰ ਨਾ ਨਹੀਂ ਕੀਤੀ। ਇਹ ਤੁਸੀਂ ਜਨਾਬ ਕਿਸ ਆਸ ਦੇ ਵਿੱਚ ਜੂਨ ਮਹੀਨੇ ਤੋਂ ਲੈ ਕੇ ਤੇ ਹੁਣ ਤੱਕ ਕਿਸ ਆਸ ਤੇ ਬੀਜੇਪੀ ਦੀ ਵਕਾਲਤ ਕਰਦੇ ਰਹੇ ਹੈਗੇ? ਅਸੀਂ ਇਸ ਗੱਲ ਦੇ ਵਿੱਚ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਵੀ ਕਿਤੇ ਪੰਜਾਬ ਦਾ ਮਸਲਾ ਖੜਾ ਹੋਇਆ, ਜੇ ਅੱਜ ਪਾਣੀ ਦਾ ਜਿਹੜਾ ਨੈਸ਼ਨਲ ਵਾਟਰ ਟਰਮੀਨਲ ਲੈ ਕੇ ਆਏ ਸੀ, ਲੋਕ ਸਭਾ 'ਚ ਤਾਂ ਪਾਸ ਵੀ ਕਰਾ ਲਿਆ ਸੀ, ਜਦੋਂ ਰਾਜ ਸਭਾ ਜਾਣ ਲੱਗਿਆ ਸੀ ਰੌਲਾ ਪਾਇਆ। ਜੇ ਅੱਜ ਉਹ ਲਟਕਿਆ ਹੋਇਆ ਤਾਂ ਅਕਾਲੀਆਂ ਦੀ ਬਦੌਲਤ ਤੇ ਲਟਕਿਆ ਹੋਇਆ। ਹਮੇਸ਼ਾ ਸਾਡੀ ਗੱਲ ਮੰਨਦੇ ਰਹੇ, ਜਿਵੇਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰ ਲਓ, ਸੱਜਣ ਕੁਮਾਰ ਨੂੰ ਹੱਥਕੜੀਆਂ ਲਾਉਣ ਦੀ ਗੱਲ ਕਰ ਲਓ, ਕਾਲੀ ਸੂਚੀ ਖਤਮ ਕਰਾਉਣ ਦੀ ਗੱਲ ਕਰ ਲਓ। ਜਦੋਂ ਵੀ ਅਸੀਂ ਕਦੇ ਗਏ ਆ ਤਾਂ ਸਾਨੂੰ ਮੇਰਾ ਖਿਆਲ ਕਦੇ ਉਹਨਾਂ ਨੇ ਨਾ ਨਹੀਂ ਕੀਤੀ। ਅਸੀਂ ਕੋਸ਼ਿਸ਼ ਕਰਕੇ ਆਪਣੀ ਗੱਲ ਮਨਵਾਈ ਆ। ਸਾਨੂੰ ਇਸੇ ਗੱਲ ਤੇ ਵਿਸ਼ਵਾਸ ਸੀ ਕਿ ਇਹ ਮਸਲਾ ਉਹ ਬਹੁਤ ਮਹੱਤਵਪੂਰਨ ਆ, ਪਹਿਲੇ ਮਸਲਿਆਂ ਵਾਂਗੂ, ਤੇ ਇਸ ਮਸਲੇ ਤੇ ਅਸੀਂ ਜ਼ਰੂਰ ਇਕੱਲੀ ਆਪਣੀ ਉਹ ਨਹੀਂ ਬਲਕਿ ਫਿਰ ਗੱਲ ਕੀਤੀ। ਅਸੀਂ ਸਾਰਿਆਂ ਕਿਸਾਨ ਜਥੇਬੰਦੀਆਂ, ਕਿਸਾਨ ਆਗੂਆਂ ਨਾਲ ਦੀ ਗੱਲ ਵੀ ਉਹਨਾਂ ਨੂੰ ਸੁਣਾਈ ਵੀ ਕਿਵੇਂ ਅਸੀਂ ਮਿਲੇ ਆ। ਅਸੀਂ ਗਵਾਂਢੀ ਸੂਬਿਆਂ ਦੇ ਕਿਸਾਨ ਆਗੂਆਂ ਤੇ ਹਮਖਿਆਲ ਪਾਰਟੀਆਂ ਦੀ ਗੱਲ ਵੀ। ਤੁਹਾਨੂੰ ਇਸ ਚੀਜ਼ ਦਾ ਦੁੱਖ ਹੈ ਕਿ ਬੀਜੇਪੀ ਨੇ ਸੁਣੀ ਨਹੀਂ ਹੈਗੀ? ਤੁਹਾਨੂੰ ਇਹ ਵੀ ਦੁੱਖ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ, ਪੂਰੇ ਦੇਸ਼ ਦੇ ਕਿਸਾਨਾਂ ਦੇ ਨਾਲ ਇਹ ਲੋਕ ਮਾਰੂ ਜਾਂ ਕਿਸਾਨ ਮਾਰੂ ਫੈਸਲੇ ਨੇ? ਬੀਜੇਪੀ ਨੂੰ ਕੋਈ ਦੁੱਖ ਨਹੀਂ ਹੈਗਾ ਕਿ ਜੇ ਕਿਸਾਨ ਹੀ ਮਰ ਗਿਆ ਹੈਗਾ ਤੇ ਦੇਸ਼ ਦੇ ਪੱਲੇ ਕੀ ਰਹੇਗਾ ਜੀ? ਦੇਖੋ ਸਾਨੂੰ ਇਸ ਗੱਲ ਦਾ ਦੁੱਖ ਵੀ ਆ, ਔਰ ਇਹ ਗੱਲ ਸੱਚ ਵੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬੀਆਂ ਦੀ ਸਮੁੱਚੀ ਆਵਾਜ਼ ਇੱਕ ਮੰਚ ਤੇ ਉਹ ਰੱਖਣ ਦਾ ਮੌਕਾ ਗਵਾਇਆ। ਉਹਦੇ ਵਿੱਚ ਕਾਂਗਰਸ ਤੇ ਆਪ ਦੋ ਜ਼ਿੰਮੇਵਾਰ ਨੇ। ਜਿਸ ਦਿਨ ਏਜੈਂਸ਼ੀਅਲ ਕਮਿਊਨਿਟੀ ਐਕਟ ਦੇ ਬਹਿਸ ਤੇ ਵੋਟਿੰਗ ਤੇ ਜੇ ਕਾਂਗਰਸ ਤੇ ਆਪ ਸਾਧ ਸੁਖਬੀਰ ਸਿੰਘ ਬਾਦਲ ਨਾਲ ਖੜ ਜਾਂਦੇ ਤਾਂ ਦੂਜੇ ਆਰਡੀਨੈਂਸਾਂ ਤੇ ਬਹਿਸ ਨਹੀਂ ਸੀ ਕਰਾਉਣੀ ਕੇਂਦਰ ਸਰਕਾਰ ਨੇ। ਸਾਨੂੰ ਇਸ ਗੱਲ ਦਾ ਵਿਸ਼ਵਾਸ ਆ, ਔਰ ਇਹ ਨਤੀਜਾ ਹੀ ਕੋਈ ਹੋਰ ਹੋਣਾ ਸੀ। ਉਦੋਂ ਮਤਲਬ ਪੂਰਾ ਪੰਜਾਬੀਆਂ ਦਾ ਇੱਕ ਆਵਾਜ਼ ਕੇਂਦਰ ਦੇ ਸਾਹਮਣੇ ਰੱਖਣ ਦੇ ਵਿੱਚ ਇੱਕ ਮੰਚ ਤੇ ਬੜਾ ਵੱਡਾ ਮੌਕਾ ਗਵਾਇਆ। ਮੈਂ ਸਮਝਦਾ ਬੜਾ ਵੱਡਾ ਪੰਜਾਬ ਨਾਲ ਆਪ ਕੋਲ 1 MP, ਕਾਂਗਰਸ ਕੋਲ 8 MP, ਤੁਹਾਡੀ ਤੇ ਸੈਂਟਰ ਦੇ ਵਿੱਚ ਸਰਕਾਰ ਹੈ। ਜੇ ਉਹ ਤੁਹਾਡੀ ਨਹੀਂ ਮੰਨੀ ਤੇ 9 MP ਦੀ ਕਿੱਥੋਂ ਮੰਨ ਲੈਂਦੀ ਬੀਜੇਪੀ ਜੀ? ਗੱਲ ਗਿਣਤੀ ਦੀ ਨਹੀਂ ਹੁੰਦੀ, ਗੱਲ ਇੱਕ ਸਮੁੱਚੇ ਰੂਪ ਦੇ ਵਿੱਚ ਇੱਕ ਰਾਏ ਨੂੰ ਪ੍ਰਗਟ ਕਰਨ ਦੀ ਹੁੰਦੀ ਆ। ਉੱਥੇ ਪ੍ਰਭਾਵ ਇਹ ਪੈ ਗਿਆ ਵੀ ਇਹ ਤਾਂ ਅਕਾਲੀ ਇਕੱਲੇ ਹੀ ਲੜੀ ਜਾਂਦੇ ਆ, ਅਕਾਲੀਆਂ ਨਾਲ ਤਾਂ ਕੋਈ ਹੈ ਹੀ ਨਹੀਂ, ਨਾ ਕਾਂਗਰਸ ਆ ਨਾ ਆਪ ਆ, ਇਹ ਇਕੱਲੇ ਹੀ ਰੌਲਾ ਪਾਈ ਜਾਂਦੇ ਆ। ਇਹ ਪ੍ਰਭਾਵ ਸੰਸਦ ਦੇ ਅੰਦਰ ਦਿੱਤਾ ਗਿਆ ਪਹਿਲੇ ਦਿਨ, ਤੇ ਜੇ ਪ੍ਰਭਾਵ ਨਾ ਦਿੱਤਾ ਜਾਂਦਾ ਤਾਂ ਲਾਜ਼ਮੀ ਤੌਰ ਤੇ ਇਹ ਪ੍ਰਭਾਵ ਜਾਣਾ ਸੀ ਵੀ ਸਾਰਾ ਪੰਜਾਬ ਇਕੱਠਾ ਹੋ ਗਿਆ। ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵਿੱਚ ਵੀ ਬਹੁਤ ਸਾਰੇ ਐਸੇ ਲੀਡਰ ਸੀ ਜਿਹੜੇ ਮੋਦੀ ਸਾਹਿਬ ਨੂੰ ਕਹਿੰਦੇ ਸੀ ਵੀ ਪੰਜਾਬ ਸਾਰਾ ਇੱਕ ਪਾਸੇ ਹੁੰਦਾ ਜਾ ਰਿਹਾ,
ਇਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਆ। ਇੱਥੋਂ ਤੱਕ ਤੇ ਨੌਬਤ ਨਹੀਂ ਆਉਣੀ ਚਾਹੀਦੀ ਸੀ ਜਨਾਬ। ਉੱਥੇ ਤੱਕ ਨਾ ਆਰਡੀਨੈਂਸ ਬਣੇ, ਆਰਡੀਨੈਂਸ ਤੇ ਕੈਬਨਿਟ ਦੀਆਂ ਮੋਹਰਾਂ ਲੱਗੀਆਂ, ਫਿਰ ਬਿੱਲ ਪਾਸ ਆ ਗਏ, ਇੱਥੋਂ ਤੱਕ ਤੇ ਨੌਬਤ ਨਹੀਂ ਆਉਣੀ ਚਾਹੀਦੀ। ਦੂਜੀ ਗੱਲ ਹੋਰ ਸੁਣ ਲਓ ਫਿਰ ਆਰਡੀਨੈਂਸਾਂ ਦੀ। ਆਰਡੀਨੈਂਸ ਬਣਾਉਣ ਵੇਲੇ ਜੇ ਕੈਪਟਨ ਅਮਰਿੰਦਰ ਸਿੰਘ ਡਟ ਕੇ ਸਟੈਂਡ ਲੈ ਲੈਂਦੇ, ਇਹ ਆਰਡੀਨੈਂਸ ਬਣਾਉਣ ਦੇ ਵਿੱਚ ਫਾਊਂਡਰ ਮੈਂਬਰ ਬਣਨ ਦਾ ਟੈਗ ਜਿਹੜਾ ਕਾਂਗਰਸ ਤੇ ਆ, ਜੇ ਉਸ ਦਿਨ ਸਟੈਂਡ ਲੈ ਲੈਂਦੇ, ਉਸ ਦਿਨ ਤਾਂ ਕਮਲਨਾਥ ਜੀ ਤੋਂ ਡਰਦੇ ਨਹੀਂ ਸਟੈਂਡ ਲਿਆ, ਕਿਉਂਕਿ ਕਾਂਗਰਸ ਦੋ ਹਿੱਸਿਆਂ 'ਚ ਵੰਡੀ ਜਾਣੀ ਸੀ। ਅੱਜ ਵੀ ਸ਼੍ਰੀਮਤੀ ਸੋਨੀਆ ਗਾਂਧੀ ਨਹੀਂ ਬੋਲ ਰਹੇ, ਕਿਉਂਕਿ ਅੱਧੀ ਕਾਂਗਰਸ ਦੀ ਹੋਰ ਰਹੇ ਆ, ਇਸੇ ਤਰ੍ਹਾਂ ਕੇਜਰੀਵਾਲ ਸਾਹਿਬ ਨਹੀਂ ਬੋਲ ਰਹੇ। ਇਹ ਨਹੀਂ ਲੱਗਦਾ ਅਕਾਲੀ ਦਲ ਤੇ ਉਹ ਖਾਣ ਬੜਾ ਢੁੱਕਦਾ ਹੈਗਾ, ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਜੀ। ਇਹ ਗੱਲ ਤਾਂ ਇਹ ਆ ਵੀ ਤੁਸੀਂ ਇਹ ਕਹਿ ਸਕਦੇ ਹੋ, ਸਗੋਂ ਦੂਜਿਆਂ ਤੇ ਕਹਿ ਸਕਦੇ ਹੋ ਕਿ ਆਡੇ ਕਿਤੇ ਕੁੜਕੁੜ ਕਿਤੇ, ਉੱਥੇ ਕੁਝ ਹੋਰ ਇੱਥੇ ਕੁਝ ਹੋਰ। ਅਕਾਲੀ ਦਲ ਜੋ ਕਹਿੰਦਾ ਉਹੀ ਕਰਦਾ, ਅਕਾਲੀ ਦਲ ਜਿਹੜਾ ਉੱਥੇ ਆ ਉਹੀ ਇੱਥੇ ਆ। ਅਕਾਲੀ ਦਲ ਦੋਗਲਾ ਚਿਹਰਾ ਨਹੀਂ ਰੱਖਦਾ। ਇਹ ਜਿਹੜੀਆਂ ਸਾਡੀ ਤਰਾਸਦੀ ਇਹ ਆ, ਮੈਂ ਤੁਹਾਨੂੰ ਬੜੇ ਇਤਿਹਾਸ ਦੇ ਹਿਸਾਬ ਨਾਲ ਕਹਿ ਸਕਦਾ, ਪੰਜਾਬ ਦਾ ਪਾਣੀ ਨਾ ਖੋਇਆ ਜਾਂਦਾ, ਪੰਜਾਬ ਦੀ ਰਾਜਧਾਨੀ ਨਾ ਖੋਈ ਜਾਂਦੀ, ਪੰਜਾਬੀ ਬੋਲਦੇ ਇਲਾਕੇ ਨਾ ਪੰਜਾਬ ਤੋਂ ਖੋਜਦੇ, ਜੇ ਪੰਜਾਬੀਆਂ ਦੀ ਇੱਕ ਆਵਾਜ਼ ਹੁੰਦੀ। ਅੱਜ ਵੀ ਮੈਂ ਕਿਹਾ ਕਿ ਇਹ ਜਿਹੜੀ ਅੰਨੇ ਬੰਨੇ ਦੀ ਲੜਾਈ ਆ, ਇਹ ਜਿਹੜਾ ਪੰਜਾਬ ਦਾ ਮਸਲਾ ਖੜਾ ਹੋਇਆ, ਇਹ ਕਿਸਾਨੀ ਮਸਲਾ ਖੜਾ ਹੋਇਆ, ਇਹਨੂੰ ਕਿਤੇ ਆਰ-ਪਾਰ ਦੀ ਲੜਾਈ ਬਣਾਉਣ ਲਈ, ਇਹਨੂੰ ਕਿਤੇ ਹੰਨੇ ਬੰਨੇ ਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਜਮਹੂਰੀ ਰਵਾਇਤੀ ਤਰੀਕੇ ਨਾਲ ਜੰਗ ਛੇੜੇਗਾ ਤੇ ਉਹਦੇ ਨਾਲ ਇੱਕ ਮੰਚ, ਇੱਕ ਵਿਚਾਰ ਬਣਾਉਣ ਦੀ ਲੋੜ ਆ। ਸ਼੍ਰੋਮਣੀ ਅਕਾਲੀ ਦਲ ਉਹਦਾ ਯਤਨ ਕਰੇਗਾ। ਮਤਲਬ ਕਿ ਅਕਾਲੀ ਦਲ ਹੁਣ ਫਿਰ ਜਿਹੜੀ ਇੱਕ ਇਤਿਹਾਸ ਰਾਈ ਪਗੜੀ ਸੰਭਾਲੋ ਜੱਟਾ, ਉਹ ਲਹਿਰ ਸ਼ੁਰੂ ਕਰੂਗਾ ਅਕਾਲੀ ਦਲ, ਜਾਂ ਉਸ ਲਹਿਰ ਦੀ ਲੋੜ ਪੈ ਗਈ? ਦੇਖੋ, ਮੈਂ ਸਮਝਦਾ ਕਿ ਅੱਜ ਪੰਜਾਬ ਦਾ ਬਹੁਤ ਵੱਡਾ ਨੁਕਸਾਨ, ਜਿਸ ਤਰ੍ਹਾਂ ਕਿਉਂਕਿ ਮੰਡੀਕਰਨ ਸਿਸਟਮ ਇਕੱਲਾ ਪੰਜਾਬ ਕੋਲੇ ਸੀ, ਹਰਿਆਣੇ ਕੋਲ ਸੀ, ਅਤੇ ਉਹਦੇ ਨਾਲ ਘੱਟੋ ਘੱਟ ਕਣਕ ਅਤੇ ਝੋਨਾ ਮਤਲਬ ਬਿਲਕੁਲ ਸੇਫ ਸੀ ਅਤੇ ਕਿਸਾਨ ਬਚਿਆ ਹੋਇਆ ਸੀ। ਅਤੇ ਜਿਹੜਾ ਅਸੀਂ ਦੂਜੀਆਂ ਫਸਲਾਂ 22 ਫਸਲਾਂ 'ਤੇ MSP ਆ, ਬਾਕੀ ਕਣਕ ਅਤੇ ਝੋਨੇ ਤੋਂ ਬਿਨਾਂ ਕੋਈ ਫਸਲ MSP 'ਤੇ ਵਿਕਦੀ ਨਹੀਂ। ਅੱਜ ਮੈਂ ਇਸੇ ਕਰਕੇ ਅਪੀਲ ਕੀਤੀ ਆ ਕਿ MSP ਨੂੰ ਫੰਡਾਮੈਂਟਲ ਰਾਈਟ ਦੀ ਲਿਸਟ ਵਿੱਚ ਸ਼ਾਮਲ ਕੀਤਾ ਜਾਵੇ, MSP ਨੂੰ ਕਾਨੂੰਨੀ ਪ੍ਰੋਟੈਕਸ਼ਨ ਦਿੱਤੀ ਜਾਵੇ, MSP 'ਤੇ ਸਰਕਾਰੀ ਪਰਚੇਜ਼ ਖਰੀਦਣਾ ਸ਼ੋਰ ਹੋਵੇ, ਮੈਂਡੇਟਰੀ ਹੋਵੇ ਖਰੀਦਦਾਰ ਲਈ MSP ਦੇਣੀ। ਸੋ ਇਹ ਕਾਨੂੰਨ ਦੀ ਵਿਵਸਥਾ ਬਣਾਉਣ ਦੀ ਲੜਾਈ ਸਾਨੂੰ ਲੜਨੀ ਪੈਣੀ ਆ, ਉਹਦੇ ਲਈ ਇੱਕ ਆਵਾਜ਼ ਬਣਾਉਣ ਦੀ ਲੋੜ ਆ। ਤੁਹਾਨੂੰ ਲੱਗਦਾ ਨਹੀਂ ਪੰਜਾਬ ਦੀ ਜਨਤਾ ਕੋਲ ਮਾਫੀ ਮੰਗ ਲੈਣੀ ਚਾਹੀਦੀ ਕਿ ਅਸੀਂ 4 ਮਹੀਨੇ ਐਵੇਂ ਵਕਾਲਤ ਕਰਦੇ ਰਹਿ ਗਏ ਮੋਦੀ ਸਰਕਾਰ ਦੀ? ਜੀ ਅਸੀਂ 4 ਮਹੀਨੇ ਕੋਈ ਚੁੱਪ ਕਰਕੇ ਤਾਂ ਬੈਠੇ ਨਹੀਂ ਰਹੇ, 4 ਮਹੀਨੇ ਅਸੀਂ ਘਰ 'ਚ ਤਾਂ ਬੈਠੇ ਨਹੀਂ ਰਹੇ। 4 ਮਹੀਨਿਆਂ ਵਿੱਚ ਮੇਰਾ ਖਿਆਲ ਆ ਵੀ ਇਤਿਹਾਸ ਦੇ ਵਿੱਚ ਸ਼ਾਇਦ ਹੀ ਕਿਸੇ ਪਾਰਟੀ ਨੇ ਸਟੇਕ ਹੋਲਡਰ ਨਾਲ ਇੰਨਾ ਰਾਬਤਾ ਕਾਇਮ ਕਰਨ ਲਈ ਵੀ ਟਾਈਮ ਲਾਇਆ ਹੋਵੇ ਜਿੰਨਾ ਅਕਾਲੀ ਦਲ ਨੇ ਲਾਇਆ। ਪੰਜਾਬ ਦਾ ਇੱਕ ਵੀ ਕਿਸਾਨ ਜਥੇਬੰਦੀ, ਇੱਕ ਵੀ ਕਿਸਾਨ ਆਗੂ ਨਹੀਂ ਹੋਣਾ ਜਿਹਨੂੰ ਇਹਨਾਂ 4 ਮਹੀਨਿਆਂ 'ਚ ਪਰਸਨਲੀ ਅਸੀਂ ਸੰਪਰਕ ਨਾ ਕੀਤਾ ਹੋਵੇ। ਗਵਾਂਢੀ ਸੂਬਿਆਂ ਦੇ ਵਿੱਚ ਕੋਈ ਕਿਸਾਨ ਜਥੇਬੰਦੀ, ਕਿਸਾਨ ਆਗੂ ਜਾਂ ਹਮਖਿਆਲ ਪਾਰਟੀ ਐਸੀ ਨਹੀਂ ਜਿਹਨੂੰ ਅਸੀਂ ਸੰਪਰਕ ਨਾ ਕੀਤਾ ਹੋਵੇ। ਆ ਸਾਰਿਆਂ ਦੀ ਭਾਵਨਾਵਾਂ ਫਿਰ ਕੇਂਦਰੀ ਲੀਡਰਸ਼ਿਪ ਕੋਲ ਤਰੀਕੇ ਨਾਲ, ਜ਼ੋਰ ਨਾਲ ਬੰਦ ਕਮਰੇ ਦੇ ਵਿੱਚ 1 ਘੰਟਾ ਵਕਾਲਤ ਕਰਕੇ ਨਾ ਠਾਈ ਹੋਵੇ। ਸੋ ਅਕਾਲੀ ਦਲ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਾ ਰਿਹਾ। ਤੁਸੀਂ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕੁਛ ਉਹਨਾਂ ਦੇ ਪੱਲੇ ਵੀ ਨਹੀਂ ਕੁਛ ਰਹਿਣ ਦਿੱਤਾ ਗਾ, ਤੁਸੀਂ ਤਾਂ ਉਹਨਾਂ ਦੇ ਮੂੰਹਾਂ ਵੀ ਝੂਠ ਬੁਲਾ ਦਿੱਤਾ ਗਾ ਕਿ ਬਿੱਲ ਬਹੁਤ ਸੋਹਣੇ ਹੈਗੇ ਜੀ, ਮੋਦੀ ਸਰਕਾਰ ਬਹੁਤ ਵਧੀਆ ਕਿਸਾਨਾਂ ਦਾ ਭਲਾ ਕਰਨ ਜਾ ਰਹੀ ਹੈ। ਤੁਸੀਂ ਤਾਂ ਉਹਨਾਂ ਨੂੰ ਵੀ ਪੱਲੇ ਨਹੀਂ ਕੁਛ ਛੱਡਿਆ ਉਹਨਾਂ ਦੇ। ਜੀ ਦੇਖੋ, ਬਾਦਲ ਸਾਹਿਬ ਦਾ ਜਿਹੜਾ ਸੀ, ਉਹਨਾਂ ਦਾ ਜਿਹੜਾ ਕਿਸਾਨ ਪ੍ਰਤੀ, ਪੰਜਾਬ ਪ੍ਰਤੀ ਜਦੋਂ ਜਹਿਦਾਂ 'ਚ ਆਪਣਾ ਇਮੇਜ ਬਣਾਇਆ, ਉਹ ਤਾਂ ਧੋਇਆ ਨਹੀਂ ਜਾ ਸਕਦਾ। ਇਸੇ ਕਰਕੇ ਕਹਿ ਰਹੇ ਨਾ ਜੀ, ਇਸੇ ਕਰਕੇ ਕਹਿ ਰਹੇ ਨਾ ਜੀ। ਉਹਨਾਂ ਨੇ ਜਿੱਥੇ ਤੱਕ ਜਿਹੜੀ ਗੱਲ ਉਹਨਾਂ ਨੇ ਕਹੀ ਸੀ, ਉਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਵੀ ਉਦੋਂ ਅਪੀਲ ਇਹੀ ਕੀਤੀ ਸੀ ਵੀ ਤੁਸੀਂ ਇਕੱਠੇ ਹੋ ਕੇ ਸਾਂਝੀ ਰਾਏ ਬਣਾ ਕੇ ਪੰਜਾਬ ਦੀ ਰੱਖੋ, ਕਿਉਂਕਿ ਪੰਜਾਬ ਦੀ ਹਮੇਸ਼ਾ ਹੀ ਇਹ ਤਰਾਸਦੀ ਰਹੀ ਆ ਕਿ ਅੱਡ ਅੱਡ ਬੋਲੀ ਬੋਲ ਕੇ ਪੰਜਾਬ ਦੀ ਆਵਾਜ਼ ਨੂੰ ਖੋਰਾ ਲਾਉਣ ਦਾ ਯਤਨ ਹੁੰਦਾ ਰਿਹਾ। ਇਸ ਮਸਲੇ 'ਤੇ ਵੀ ਅੱਜ ਵੀ ਮੈਂ ਤਾਂ ਹੀ ਅਪੀਲ ਕੀਤੀ ਆ ਕਿ ਰੱਬ ਦਾ ਵਾਸਤਾ ਇੱਕ ਦੂਜੇ ਨੂੰ ਮਿਹਣੇ ਦੇਣ ਦੀ ਥਾਂ, ਇੱਕ ਦੂਜੇ ਨੂੰ ਤਾਨੇ ਮਾਨੇ ਕਰਨ ਦੀ ਥਾਂ, ਨੀਵਾਂ ਦਿਖਾਉਣ ਦੀ ਥਾਂ। ਹੁਣ ਲੋਕ ਸਭਾ 'ਚ ਕੀ ਹੋਇਆ? ਲੋਕ ਸਭਾ 'ਚ ਕੇਂਦਰੀ ਕਾਨੂੰਨ ਜਿਹੜੇ ਬਣੇ ਨੇ, ਕਿਸਾਨ ਵਿਰੋਧੀ ਕਹਿ ਲਓ, ਪੰਜਾਬ ਵਿਰੋਧੀ ਕਹਿ ਲਓ, ਇਹਨਾਂ 'ਤੇ ਇੱਕ ਸ਼ਬਦ ਨਹੀਂ ਬੋਲੇ। ਅਕਾਲੀਆਂ ਨੂੰ ਇਹ ਕੋਸਦੇ ਰਹੇ ਕਾਂਗਰਸੀ ਅਤੇ ਆਪ ਵਾਲੇ, ਅਕਾਲੀਆਂ ਨੂੰ ਇਹ ਮਾੜਾ ਚੰਗਾ ਕਹਿੰਦੇ ਰਹੇ ਕਾਂਗਰਸ ਵਾਲੇ ਅਤੇ ਅਕਾਲੀ ਆਪ ਵਾਲੇ। ਨਰਿੰਦਰ ਤੋਮਰ ਦੀਆਂ ਬਹੁਤ ਸਾਰੀਆਂ ਸਟੇਟਮੈਂਟਾਂ ਪੜ੍ਹ ਕੇ ਸੁਣੇ। ਅੱਜ ਉਹਨਾਂ ਦੀ ਇੰਟਰਵਿਊ ਆਈ ਨਰਿੰਦਰ ਤੋਮਰ ਦੀ, ਉਹ ਕਹਿੰਦੇ ਨਾ, ਜਿੱਦਾਂ ਤੁਸੀਂ ਬੜੀ ਵਾਰ ਕਹਿੰਦੇ ਸਾਰੇ ਪੋਲੀਟੀਸ਼ਨ ਕਿ ਜਿਹੜੀ ਥੈਲੇ 'ਚੋਂ ਬਿੱਲੀ ਬਾਹਰ ਆ ਗਈ, ਉਹ ਕਹਿ ਰਹੇ ਵਪਾਰੀ ਅਤੇ ਕਿਸਾਨ ਦੇ ਵਿਚਕਾਰ ਕਰਾਰ ਹੈ, ਇਸ ਕਰਕੇ MSP ਜ਼ਰੂਰੀ ਨਹੀਂ ਹੈ। ਤੁਸੀਂ ਇਹੋ ਚੀਜ਼ਾਂ ਦੀ ਵਕਾਲਤ ਕਰਦੇ ਰਹੇ।
ਕੀ ਕਿਹਾ ਉਹਨੇ? ਉਹਨਾਂ ਕਹਿਤਾ ਕਿ ਵਪਾਰੀ ਤੇ ਕਿਸਾਨ ਦੇ ਵਿਚਕਾਰ ਕਰਾਰ ਆ ਜਿਹੜੇ ਸਮਝੌਤੇ ਨੇ, MSP ਕੋਈ ਜ਼ਰੂਰੀ ਨਹੀਂ ਹੈ। ਤੇ ਮੈਂ ਅੱਜ ਤੁਹਾਡੇ ਸਾਹਮਣੇ ਪ੍ਰੈਸ ਨੂੰ ਇਹੀ ਗੱਲ ਕਹੀ ਆ ਕਿ ਜਿਹੜੀ ਇਹ ਲੜਾਈ ਆ ਇਹਨੂੰ ਸਪਸ਼ਟ ਕਰਨਾ ਪਏਗਾ। ਅਸੀਂ ਇਹ ਲੜਾਈ ਜਿਹੜੀ ਆ MSP ਨੂੰ ਫੰਡਾਮੈਂਟਲ ਰਾਈਟ ਦੀ ਲਿਸਟ ਦੇ ਵਿੱਚ ਲਿਆਉਣ ਲਈ, ਕਾਨੂੰਨੀ ਪ੍ਰੋਟੈਕਸ਼ਨ ਦੇਣ ਲਈ ਔਰ ਖਰੀਦਦਾਰ ਨੂੰ ਮੈਂਡੇਟਰੀ MSP ਤੇ ਖਰੀਦਣ ਲਈ ਕਾਨੂੰਨੀ ਵਿਵਸਥਾ ਬਣਾਉਣ ਦੀ ਲੜਾਈ ਲੜਾਂਗੇ। ਇਸੇ ਕਰਕੇ ਮੈਂ ਕਿਹਾ ਵੀ ਇੱਕ ਵਿਚਾਰ, ਇੱਕ ਮੰਚ ਦੀ ਆਉਣ ਵਾਲੇ ਸਮੇਂ ਵਿੱਚ ਲੋੜ ਆ। ਅਕਾਲੀ ਦਲ ਉਹਦੀ ਵਿਵਸਥਾ ਕਰੇਗਾ। ਆਖਰੀ ਸਵਾਲ ਹੈ ਕਿ ਹੁਣ ਅਕਾਲੀ ਦਲ ਦਰਬਾਰ ਸਾਹਿਬ ਨਤਮਸਤਕ ਹੋਣ ਜਾ ਰਿਹਾ, ਉਹ ਕਿਸ ਚੀਜ਼ ਦਾ ਸ਼ੁਕਰਾਨਾ ਕਰਨ ਜਾ ਰਿਹਾ ਜੀ? ਅਕਾਲੀ ਤਾਂ ਇਹ ਤਾਂ ਹਰ ਸਿੱਖ ਜਾਂਦਾ, ਹਰ ਨਾਨਕ ਨਾਮ ਲੈਵਾ ਜਾਂਦਾ। ਜਦੋਂ ਕੋਈ ਅਕਾਲੀ ਦਲ ਨੇ ਜਿਹੜਾ ਇਹ ਸਟੈਂਡ ਲਿਆ, ਇਹ ਕੋਈ ਅਕਾਲੀ ਦਲ ਨੇ ਕਿਸੇ ਤੇ ਅਹਿਸਾਨ ਨਹੀਂ ਕੀਤਾ। ਅਕਾਲੀ ਦਲ ਨੇ ਆਪਣਾ ਫਰਜ਼ ਪੂਰਾ ਕੀਤਾ। ਇਹ ਜ਼ਿੰਮੇਵਾਰੀ ਸੀ ਅਕਾਲੀ ਦਲ ਦੀ, ਜ਼ਿੰਮੇਵਾਰੀ ਨਿਭਾਈ ਆ, ਨਾ ਕਿ ਕੋਈ ਕਿਸੇ ਤੇ ਅਹਿਸਾਨ ਕੀਤਾ। ਤੇ ਜਦੋਂ ਕੋਈ ਆਪਣਾ ਫਰਜ਼ ਪੂਰਾ ਕਰ ਦਿੰਦਾ ਤਾਂ ਕੁਦਰਤੀ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ। ਸੋ ਇਹ ਸਾਡੇ ਗੁਰੂਆਂ ਨੇ ਵੀ ਸਾਨੂੰ ਇਹੀ ਸਿਖਾਇਆ, ਕਿਰਪਾ ਅਕਾਲ ਤੇਰੀ। ਸੋ ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਇਹੀ ਦੱਸਿਆ ਕੁਛ ਹੈ ਪਰਮਾਤਮਾ ਦੇ ਸ਼ੁਕਰਾਨੇ, ਗੁਰੂ ਦੇ ਸ਼ੁਕਰਾਨੇ ਵਿੱਚ ਹੀ ਰਹਿ ਕੇ ਬੰਦੇ ਕਰਨਾ ਚਾਹੀਦਾ। ਆਪ ਨਹੀਂ ਕੁਛ ਕਰਦਾ। 9 ਮਾਸ ਦਾ ਰਿਸ਼ਤਾ, ਵੱਡਾ ਭਰਾ ਛੋਟਾ ਭਰਾ, ਪਤੀ ਪਤਨੀ ਦਾ ਰਿਸ਼ਤਾ, ਇਹ ਕਾਇਮ ਰਹੇਗਾ ਜੀ? ਦੇਖੋ, ਰਿਸ਼ਤਿਆਂ ਦੇ ਵਿੱਚ ਤਰੇੜਾਂ ਵੀ ਆਉਂਦੀਆਂ ਨੇ, ਰਿਸ਼ਤੇ ਜੁੜਦੇ ਵੀ ਨੇ, ਰਿਸ਼ਤੇ ਟੁੱਟਦੇ ਵੀ ਨੇ। ਇਹ ਸਵਾਲ ਜਿਹੜੇ ਨੇ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ। ਪਰ ਜਿੱਥੇ ਤੱਕ ਕਿਸਾਨਾਂ ਦੇ ਇਸ ਮਸਲੇ ਦਾ, ਪੰਜਾਬੀਆਂ ਦੇ ਇਸ ਮਸਲੇ ਦਾ, ਜਿਹਦੇ ਨਾਲ ਖੇਤ ਮਜ਼ਦੂਰ, ਲੇਬਰ, ਪੱਲੇ ਦਾ ਟਰਾਂਸਪੋਰਟ, ਚਾਹ ਦੁੱਧ ਦੀਆਂ ਦੁਕਾਨਾਂ ਤੱਕ ਵਾਲੇ ਪ੍ਰਭਾਵਿਤ ਹੋ ਰਹੇ ਨੇ, ਮੰਡੀਕਰਨ ਸਿਸਟਮ ਟੁੱਟਣ ਦੇ ਖਾਸੇ ਸਿੱਧੇ ਤੌਰ 'ਤੇ ਖੜ੍ਹੇ ਹੋ ਗਏ ਨੇ। ਇਹ ਜਿਹੜਾ ਕਾਨੂੰਨ ਆ, ਇਹਦੇ 'ਤੇ ਜਦੋਂ ਤੱਕ ਪੰਜਾਬ ਪ੍ਰਤੀ ਰਵੱਈਆ ਨਹੀਂ, ਕਿਸਾਨ ਪ੍ਰਤੀ ਰਵੱਈਆ ਨਹੀਂ ਆਏਗਾ ਕੇਂਦਰ ਦਾ, ਉਨੀ ਦੇਰ ਤੱਕ ਸਾਡਾ ਵਿਰੋਧ ਜਿਹੜਾ ਜਾਰੀ ਰਹੇਗਾ। ਰਾਜ ਸਭਾ 'ਚ ਬਿੱਲ ਟਾਲੇ ਜਾ ਸਕਦੇ? ਹਾਂਜੀ, ਰਾਜ ਸਭਾ 'ਚ ਬਿੱਲ ਰੋਕੇ ਜਾ ਸਕਦੇ, ਟਾਲੇ ਡੈਫਰ ਕੀਤੇ ਜਾ ਸਕਦੇ? ਦੇਖੋ, ਸਾਡਾ ਤਾਂ ਯਤਨ ਆ, ਅਸੀਂ ਤਾਂ ਜ਼ਰੂਰ ਯਤਨ ਕਰਾਂਗੇ ਕਿ ਇਹ ਟਾਲੇ ਜਾਣ ਰਾਜ ਸਭਾ 'ਚ। ਜਿਵੇਂ ਸਾਡੀ ਗੱਲ ਮੰਨ ਕੇ ਨੈਸ਼ਨਲ ਵਾਟਰ ਟ੍ਰਿਬਿਊਨਲ ਅਜੇ ਟਾਲਿਆ ਪਿਆ, ਉਸੇ ਤਰ੍ਹਾਂ ਇਸ ਬਿੱਲ ਨੂੰ ਵੀ ਟਾਲਿਆ ਜਾ ਸਕਦਾ, ਟਾਲਿਆ ਜਾਣਾ ਚਾਹੀਦਾ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਔਰ ਜਿੱਥੋਂ ਤੱਕ ਕਿਸਾਨਾਂ ਦਾ ਮਸਲਾ, ਕਿਸਾਨਾਂ ਨੇ ਤੇ ਦੇਸ਼ ਦੀ ਸਰਕਾਰ ਦੇ ਖਿਲਾਫ ਆਰ-ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਆ, ਕਿਉਂਕਿ ਮਸਲਾ ਪੰਜਾਬ ਦੀ ਪੱਗ ਦਾ ਔਰ ਪੰਜਾਬ ਦੀ ਜਿਹੜੀ ਪਹਿਚਾਣ ਆ ਉਹ ਖੇਤੀ ਤੋਂ ਆ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਿਊਜ਼ ਚੰਡੀਗੜ੍ਹ।